केवल सरकारां नहीं ने है ने तो मुर्दे खाने वालियां सरकारां। ਤੁਸੀਂ ਗੱਲ ਕੀਤੀ ਨੌਕਰੀਆਂ ਦੀ, ਇਹਨਾਂ ਨੇ ਨੌਕਰੀਆਂ 3 ਦੇਤਾ ਦਿੱਤੀਆਂ। ਐਮਪੀ ਦੇ ਮੁੰਡੇ ਨੂੰ ਦੇਤੀ, ਐਮਐਲਏ ਦੇ ਮੁੰਡਿਆਂ ਨੂੰ ਨੌਕਰੀਆਂ ਦੇਤੀਆਂ, ਬਾਕੀ ਗਰੀਬਾਂ ਨੂੰ ਤੁਸੀਂ ਦੱਸੋ ਕਿਹੜੇ ਨੂੰ ਨੌਕਰੀ ਦਿੱਤੀ ਹੈ। तो सारे देश खातर कुर्बानी देने को तैयार है। जे कोई बंदा कहे भी आले दुआले लकड़ियां खड़ा के फूकना तो मैं जिंदा भी जलने को तैयार है देश के खातर। ਉਹ ਜੁਬਲੀ ਜਿਹੜਾ ਹੈਗਾ ਨਾ ਮਾਹੌਲ, ਉਹਨੂੰ ਬਚਾਉਣ ਵਾਸਤੇ 25 ਜਿਹੜੇ ਪੀਪਲ ਦੀ ਬਲੀ ਚੜਾਉਣ ਲੱਗੇ ਆ। राजे नहीं है लोगों, ये बता बुच्चड़ है ने। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪ੍ਰਦੀਪ ਧੀਮਾਨ ਤੇ ਤੁਸੀਂ ਦੇਖ ਰਹੇ ਹੋ ਵੌਇਸ ਆਫ ਪੰਜਾਬ ਟੀਵੀ। ਤੇ ਇਸ ਸਮੇਂ ਅਸੀਂ ਸੋਹਾਣਾ ਸਾਹਿਬ ਦੇ ਬਾਹਰ ਖੜੇ ਹਾਂ, ਜਿੱਥੇ ਕਿ ਕਿਸਾਨਾਂ ਵੱਲੋਂ ਬੀਤੇ ਲੰਬੇ ਸਮੇਂ ਤੋਂ ਧਰਨਾ ਲਗਾਇਆ ਗਿਆ ਹੈ। ਇੱਥੇ ਭੁੱਖ ਹੜਤਾਲ ਕੀਤੀ ਜਾ ਰਹੀ ਹੈ, ਲੜੀਵਾਰ ਭੁੱਖ ਹੜਤਾਲ ਇਹ ਚੱਲ ਰਹੀ ਹੈ। ਸੋ ਗੱਲਬਾਤ ਕਰਾਂਗੇ ਕਿਸਾਨਾਂ ਦੇ ਨਾਲ ਕਿ ਹੁਣ ਮੋਰਚੇ ਦੇ ਵਿੱਚ ਕੀ ਨਵਾਂ ਚੱਲ ਰਿਹਾ ਹੈ, ਕਿੱਦਾਂ ਦੀਆਂ ਅਪਡੇਟਸ ਆ ਰਹੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੋਰਚਾ ਕਿਹੜਾ ਰੂਪ ਇਖਤਿਆਰ ਕਰ ਸਕਦਾ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਤੁਹਾਡਾ ਸ਼ੁਭ ਨਾਮ ਜੀ? ਸ਼ਰਨਜੀਤ ਸਿੰਘ, ਪਿੰਡ ਰਾਏਪੁਰ ਕਲਾਂ, ਚੰਡੀਗੜ੍ਹ। ਤੇ ਅਸੀਂ ਇੱਥੇ ਆਪਣਾ ਸੰਯੁਕਤ ਕਿਸਾਨ ਮੋਰਚੇ ਦੇ ਫੇਵਰ ਦੇ ਵਿੱਚ ਆਪਣੇ ਸਾਰੇ ਪਿੰਡਾਂ ਵੱਲੋਂ 5-5 ਪਿੰਡ ਦੇ ਬੰਦੇ ਹਰ ਆ ਕੇ ਮੇਨ ਦੇ ਉੱਤੇ ਬੈਠਦੇ ਆ, ਜਿਹੜੇ ਭੁੱਖ ਹੜਤਾਲ ਤੇ ਬੈਠਦੇ ਆ। ਬਾਕੀ 10, 15, 20 ਜਿੰਨੇ ਬੰਦੇ ਹੋ ਜਾਣ ਕੋਈ ਚੱਕਰ ਨਹੀਂ। ਕਿੰਨਾ ਸਮਾਂ ਹੋ ਗਿਆ ਜੀ ਇੱਥੇ ਬੈਠਿਆਂ ਨੂੰ? ਇੱਥੇ ਜਦੋਂ ਦਾ ਆਪਣਾ ਦਿੱਲੀ ਦਾ ਮੋਰਚਾ ਚੱਲ ਰਿਹਾ ਉਦੋਂ ਤੋਂ ਹੀ ਅਸੀਂ ਇੱਥੇ ਬੈਠੇ ਹਾਂ ਜੀ। ਤੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੇ ਨਾਲ ਕੋਈ ਗੱਲਬਾਤ ਹੋਈ, ਕੋਈ ਮਿਲਣ ਆਇਆ, ਕੋਈ ਸਾਰ ਲੈਣ ਆਇਆ? ਸਾਰ ਲੈਣ ਕੋਈ ਨਹੀਂ ਆਇਆ ਹੈ, ਲੇਕਿਨ ਜਿਹੜੇ ਬੰਦਿਆਂ ਨੂੰ ਤਕਲੀਫ ਹੈਗੀ ਹੈ ਸਾਰੀ ਜਨਤਾ ਦੁਖੀ ਹੈ। ਹਰ ਹੋ ਗਏ, ਐਕਟਰ ਵੀ ਹੋ ਗਏ, ਉਹਦੇ ਵਿੱਚ ਹੋਰ ਆਪਣਾ ਜਿੰਨੇ ਵੀ ਗਰੀਬ ਤਬਕਾ ਵੀ ਹੈ, ਜਿੰਨੇ ਵੀ, ਉਹ ਸਾਰੇ ਇੱਥੇ ਬੈਠ ਕੇ ਇੱਕ ਅਫਸੋਸ ਕਰ ਰਹੇ ਹਾਂ ਅਸੀਂ ਕਿ ਸਾਡੇ ਜਿਹੜੇ ਤਿੰਨੋਂ ਕਾਨੂੰਨ ਜ਼ਬਰਦਸਤੀ ਥੋਪੇ ਗਏ ਹੈ ਇਹ ਬਿਲਕੁਲ ਖਤਮ ਹੋਣੇ ਚਾਹੀਦੇ। ਹਰ ਬੰਦਾ ਇਸ ਤੋਂ ਦੁਖੀ ਹੈ। ਅਤੇ ਉਸ ਤੋਂ ਬਾਅਦ ਬਿਮਾਰੀ ਤੋਂ ਵੀ ਲੋਕੀ ਬਹੁਤ ਪਰੇਸ਼ਾਨ ਹੈਗੇ ਹੈ। ਸਰਕਾਰ ਉਹਦੇ ਬਾਰੇ ਕੁਝ ਨਹੀਂ ਕਰ ਰਹੀ, ਦਵਾਈਆਂ ਬਾਹਰ ਨੂੰ ਭੇਜਦੀਆਂ, ਇੱਥੇ ਲੋਕੀ ਇੱਦਾਂ ਮਰਦੇ ਰਹੇ ਹੈ। ਅਤੇ ਉਸ ਤੋਂ ਬਾਅਦ ਆਪਣਾ ਜਿੰਨੇ ਵੀ ਕਾਨੂੰਨ ਥੋਪੇ ਗਏ ਹੈ, ਜਦੋਂ ਤੱਕ ਇਹ ਵਾਪਸ ਨਹੀਂ ਹੋ ਜਾਂਦੇ ਉਦੋਂ ਤੱਕ ਹਰ ਪਿੰਡ ਦਾ ਬੰਦਾ ਇੱਥੇ ਆ ਕੇ ਆਪਣੀ ਡਿਊਟੀ ਲਾਣੀ ਆਪਣਾ ਜ਼ਰੂਰੀ ਸਮਝ ਰਿਹਾ, ਤਾਂ ਕਿ ਇਸ ਆਪਣੇ ਮੋਰਚੇ ਦੇ ਵਿੱਚ ਆਪਣਾ ਯੋਗਦਾਨ ਪਾ ਸਕੇ ਔਰ ਮਹਿੰਗਾਈ ਦੇ ਉੱਤੇ ਵੀ ਠੱਲ ਪਾਉਣ ਵਾਸਤੇ, ਕਿਉਂਕਿ ਸਰਕਾਰਾਂ ਬਹੁਤ ਨਕੰਮੀਆਂ ਆ ਗਈਆਂ ਜੀ। ਸਰਕਾਰ ਕਿਸੇ ਦੀ ਕੋਈ ਗੱਲ ਨਹੀਂ ਸੁਣ ਰਹੀ। ਸਰਕਾਰਾਂ ਦੇਸ਼ ਨੂੰ ਵੇਚਣ ਦੇ ਉੱਤੇ ਲੱਗੀਆਂ ਹੋਈਆਂ, ਕੋਈ ਉਹਨਾਂ ਨੂੰ ਕਿਸੇ ਜਨਤਾ ਦੀ ਕੋਈ ਪਰਵਾਹ ਨਹੀਂ ਹੈਗੀ। ਉਹ ਸਿਰਫ ਆਪਣੀ ਕੁਰਸੀ ਨੂੰ ਚਿੰਬੜ ਕੇ ਬੈਠੀਆਂ ਹੋਈਆਂ, ਜਿਸ ਕਰਕੇ ਲੋਕ ਇੱਥੇ ਅਫਸੋਸ ਕਰਕੇ ਜਾਂਦੇ ਹੈ ਤੇ ਆਪਣੇ ਦੁੱਖ ਰੋ ਕੇ ਜਾਂਦੇ ਹੈ। ਤੇ ਜਿਹੜਾ ਕਿਸਾਨਾਂ ਨਾਲ ਧੱਕਾ ਕਰਿਆ ਜਾ ਰਿਹਾ ਉਹਦੇ ਨਾਲ ਸਾਰੀ ਦੁਨੀਆ ਇੱਕ ਹੋ ਕੇ, ਇਕਜੁੱਟ ਹੋ ਕੇ ਇੱਥੇ ਲੱਗੀ ਹੋਈ ਹੈ ਔਰ ਅਖੀਰ ਤੱਕ ਲੱਗੀ ਰਹੇਗੀ ਜਦੋਂ ਤੱਕ ਇਹ ਕਾਨੂੰਨ ਖਤਮ ਨਹੀਂ ਹੁੰਦੇ। ਅੱਜ ਇਹ ਸਮਾਂ ਆ ਗਿਆ ਹੈ ਕਿ ਅੰਨ ਉਗਾਉਣ ਵਾਲਾ ਅੰਨਦਾਤਾ ਭੁੱਖ ਹੜਤਾਲ ਤੇ ਬੈਠਾ ਹੈ, ਤੇ ਕੀ ਲੱਗਦਾ ਕਿ ਕਿੰਨਾ ਕੁ ਸਮਾਂ ਹੋਰ ਇਹ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾ? ਉਸ ਦੇ ਵਿੱਚ ਇਹ ਹੈ ਕਿ ਪਹਿਲੀ ਵਾਰੀ ਹੋਇਆ ਕਿ ਜਿਸ ਨੂੰ ਭਗਵਾਨ ਕਿਹਾ ਜਾਂਦਾ ਹੈ ਕਿ ਭਗਵਾਨ ਆਪਣੇ ਹੱਥ ਜੋੜ ਕੇ ਆਪਣੇ ਨੌਕਰਾਂ ਨੂੰ ਕਹਿ ਰਿਹਾ, ਸਰਕਾਰ ਜਿਹੜੀ ਚੁਣੀ ਜਾਂਦੀ ਹੈ ਉਹ ਨੌਕਰ ਹੁੰਦੇ, ਮਾਲਕ ਨਹੀਂ ਹੁੰਦੇ। ਉਹਨਾਂ ਨੂੰ ਹੱਥ ਜੋੜ ਕੇ ਕਹਿ ਰਿਹਾ ਕਿ ਤੁਸੀਂ ਮੈਨੂੰ ਮੇਰੇ ਹਾਲ ਦੇ ਉੱਤੇ ਛੱਡ ਦਿਓ, ਮੈਨੂੰ ਤੁਹਾਡੇ ਕੋਲੋਂ ਕੁਝ ਨਹੀਂ ਚਾਹੀਦਾ, ਤੁਸੀਂ ਦੱਸੋ ਸਾਡੇ ਕੋਲੋਂ ਤੁਸੀਂ ਕੀ ਲੈਣਾ। ਕਿਉਂਕਿ ਕਿਸਾਨ ਇੱਕ ਐਸੀ ਚੀਜ਼ ਹੈ ਕਿ ਜਿਹੜਾ ਹਰ ਬੰਦੇ ਨੂੰ ਜੋ ਵੀ ਖਾਣ ਦੀ ਚੀਜ਼ ਹੈਗੀ ਉਹ ਪੈਦਾ ਕਰਕੇ ਦਿੰਦਾ। ਉਹ ਆਪ ਦੁੱਖ ਦੇ ਵਿੱਚ ਰਹਿੰਦਾ, ਉਹਨੂੰ ਕਿਸੇ ਮੌਸਮ ਦੇ ਨਾਲ ਕੋਈ ਮਤਲਬ ਨਹੀਂ, ਕਿਸੇ ਧੁੱਪ ਨਾਲ ਕੋਈ ਮਤਲਬ ਨਹੀਂ। ਉਹਦੀ 24 ਘੰਟੇ ਦੀ ਡਿਊਟੀ ਹੈ, ਨਾ ਉਹਦੇ ਵਾਸਤੇ ਦਿਨ ਹੈ ਨਾ ਰਾਤ ਹੈ। ਉਹਦੇ ਕਿਸੇ ਵੀ ਚੀਜ਼ ਦਾ ਮੁੱਲ ਆਪਣਾ ਨਹੀਂ, ਉਹ ਵੀ ਸਰਕਾਰੀ ਮੁੱਲ ਹੈ। ਅਤੇ ਉਹ ਜਿਹੜੇ ਬੰਦੇ ਕਿਸਾਨਾਂ ਦੇ ਉੱਤੇ ਕਾਨੂੰਨ ਜ਼ਬਰਦਸਤੀ ਥੋਪ ਕੇ ਕਿਸਾਨੀ ਨੂੰ ਖਤਮ ਕਰਨਾ ਚਾਹ ਰਹੇ ਹੈ, ਉਹ ਵੀ ਜਿਹੜੇ ਆਪਣੇ ਮੂੰਹ ਦੇ ਵਿੱਚ ਚੀਜ਼ ਪਾ ਰਹੇ ਉਹ ਕਿਸਾਨਾਂ ਦੀ ਹੀ ਪੈਦਾ ਕਰੀ ਗਈ ਚੀਜ਼ ਹੈ, ਉਹਨਾਂ ਦੇ ਬਾਪ ਦੀ ਚੀਜ਼ ਨਹੀਂ ਹੈ। ਇਹ ਕਿਸਾਨਾਂ ਦੀ ਪੈਦਾ ਕੀਤੀ ਗਈ ਚੀਜ਼ ਹੈ, ਜਿਸ ਦਾ ਕਿਸਾਨ ਮੁੱਲ ਆਪ ਹੀ ਨਹੀਂ ਪਾ ਸਕਦਾ। ਲੇਕਿਨ ਇਸ ਦੇ ਬਾਵਜੂਦ ਵੀ ਉਹ ਜਿਹੜੀ ਗੰਦੀ ਸਰਕਾਰ ਹੈਗੀ ਹੈ ਉਹ ਕਿਸਾਨਾਂ ਦੀ ਖੇਤੀ ਨੂੰ ਖਤਮ ਕਰਨ ਦੇ ਉੱਤੇ ਤੁਲੀ ਹੋਈ ਹੈ, ਬਲਕਿ ਕਿਸਾਨਾਂ ਨੂੰ ਹੀ ਖਤਮ ਕਰਨ ਦੇ ਉੱਤੇ ਤੁਲੀ ਹੋਈ ਹੈ। ਔਰ ਜਦੋਂ ਤੱਕ ਇਹ ਸਾਰੇ ਕਾਨੂੰਨ ਖਤਮ ਨਹੀਂ ਹੋ ਜਾਂਦੇ ਔਰ ਕਿਸਾਨਾਂ ਨੂੰ ਕਿਸਾਨਾਂ ਦਾ ਹੱਕ ਨਹੀਂ ਮਿਲਦਾ, ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ। ਔਰ ਬਦਸਤੂਰ ਐਸੇ ਤਰ੍ਹਾਂ ਹਰ ਪਿੰਡ ਦੇ ਲੋਕ, ਹਰ ਸੈਕਟਰ ਦੇ ਲੋਕ ਇੱਥੇ ਆ ਕੇ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ ਔਰ ਆਪਣੀਆਂ ਸੇਵਾਵਾਂ ਨਿਭਾ ਰਹੇ। ਕਿੰਨੀ ਉਮਰ ਹੋਣੀ ਹੈ ਜੀ ਤੁਹਾਡੀ? 60 ਸਾਲ ਹੋ ਗਈ। 60 ਸਾਲ ਹਾਂਜੀ। ਤੇ ਬਾਬਾ ਜੀ ਤੁਹਾਡੀ? 72 ਸਾਲ ਹੋ ਗਏ। 72 ਸਾਲ ਹੋ ਗਈ। ਲੱਗਦਾ ਨਹੀਂ ਵੀ ਇਸ ਮੌਕੇ ਘਰੇ ਰਹਿਣਾ ਚਾਹੀਦਾ ਸੀਗਾ ਤੇ ਘਰ ਦਾ ਖਿਆਲ ਰੱਖਣਾ ਚਾਹੀਦਾ ਸੀ, ਆਪਣਿਆਂ 'ਚ ਰਹਿਣਾ ਚਾਹੀਦਾ ਸੀ? ਪਹਿਲਾਂ 17 ਸਾਲ ਦਾ ਬਾਰਡਰ ਤੇ ਰਹੇ, ਗੌਰਮੈਂਟ ਦੀ ਸੇਵਾ ਕਰੀ, ਫੇਰ ਕਿਸਾਨੀ ਦੀ, ਹੁਣ ਮੋਦੀ ਦੀ ਕਰਨ ਲੱਗੇ। ਕਿੱਦਾਂ ਲੱਗਿਆ ਵੀ ਹੁਣ ਜਿੰਨੀ ਤੁਸੀਂ ਸੇਵਾ ਕੀਤੀ ਦੇਸ਼ ਦੀ ਤੇ ਸਰਕਾਰ ਨੇ ਆਹ ਮੁੱਲ ਪਾਇਆ ਹੈ? ਕਿਤੇ ਨਾ ਕਿਤੇ ਮਨ ਦੇ ਵਿੱਚ ਤਕਲੀਫ ਤਾਂ ਟੀਸ ਤਾਂ ਉੱਠਦੀ ਹੋਣੀ ਹੈ।
ਤਕਲੀਫ ਤਾਂ ਹੋ ਰਹੀ ਹੈ ਹੁਣ। ਜਾਂ ਸਾਡੇ ਇਹਨਾਂ ਨੇ ਪੈਨਸ਼ਨ ਵੀ ਇਹਨਾਂ ਨੇ ਸਾਡੇ ਪੂਰੇ ਹੱਕ ਨਹੀਂ ਦਿੱਤਾ। ਇਹਨਾਂ ਨੇ ਵੰਡ ਰੈਂਕ ਕਰਨੀ ਸੀ, ਵੰਡ ਰੈਂਕ ਪੂਰਾ ਇਹਨਾਂ ਸਾਨੂੰ ਦਿੱਤਾ ਨਹੀਂ, ਜਿੰਨਾ ਕਹਿਣਾ ਦੇਣਾ ਮੋਦੀ ਨੇ ਦੇਣਾ ਦਾ, ਉਹ ਪੂਰਾ ਇਹਨਾਂ ਨੇ ਗੋਲ ਮੋੜ ਦੇ ਕਰਕੇ ਰੱਖਤੇ। ਬਾਕੀ ਸਾਡੇ ਇਹਨਾਂ ਦੀ ਪੈਨਸ਼ਨਾਂ ਬੰਦ ਕਰਨ ਲੱਗੇ ਤੇ ਫੇਰ ਕਰ ਨਹੀਂ ਸਕੇ ਫੌਜੀ ਦੀ ਪੈਨਸ਼ਨ ਬੰਦ। ਉਹ ਪੈਨਸ਼ਨ ਬੰਦ ਕਰੂਗੀ ਫੌਜ 'ਚ ਬੰਦਾ ਕੋਈ ਜਾਊਗਾ ਨਹੀਂ। ਤੇ ਤੁਸੀਂ ਬਜ਼ੁਰਗੋਂ ਸਾਡੇ, ਤੁਸੀਂ ਇੱਥੇ ਬੈਠੇ ਹੋ ਮੋਰਚੇ ਤੇ, ਤੁਸੀਂ ਇਨਸਪੀਰੇਸ਼ਨ ਬਣੇ ਹੋਏ ਹੋ ਆਉਣ ਵਾਲੀ ਪੀੜ੍ਹੀ ਦੀ, ਨੌਜਵਾਨ ਪੀੜ੍ਹੀ ਦੀ। ਨੌਜਵਾਨਾਂ ਵੱਲੋਂ ਕਿੰਨਾ ਕੁ ਸਾਥ ਮਿਲ ਰਿਹਾ? ਨੌਜਵਾਨ ਦਾ ਪੂਰਾ ਸਾਥ ਮਿਲਿਆ। ਨੌਜਵਾਨ ਸੋਚ ਰਹੇ ਵੀ ਜੇ ਸਾਡੇ ਬਜ਼ੁਰਗ ਬੈਠੇ ਹੈ, ਕੱਲ੍ਹ ਨੂੰ ਅਸੀਂ ਕੀ ਕਰੋਗੇ? ਜੇ ਬਜ਼ੁਰਗਾਂ ਦੇ ਨਾਲ ਨਹੀਂ ਖੜੋਗੇ ਵੀ ਸਾਨੂੰ ਕੌਣ ਪੁੱਛੂਗੇ? ਛੋਟੇ ਬੱਚੇ ਲੱਗੇ, ਅਸੀਂ ਤਾਂ ਬੈਠੇ ਧਰਨੇ 'ਚ ਬੈਠੇ ਹਾਂ। ਅੱਜ ਸੰਸਦ ਦੇ ਵਿੱਚ ਕਿਸਾਨ ਸੰਸਦ ਲੱਗੀ ਹੋਈ ਹੈ ਅੱਜ ਵੀ, ਤੇ MSP ਤੇ ਗੱਲਬਾਤ ਹੁਣ ਜਾਰੀ ਹੈ। ਕੀ ਲੱਗਦਾ ਕੋਈ ਹੱਲ ਨਿਕਲੇਗਾ? ਹੱਲ ਨਿਕਲੂਗਾ ਤਾਂ ਪੂਰਾ ਹੱਲ ਨਿਕਲਣੇ ਕਰਕੇ ਬੈਠੇ ਆ। ਪੂਰੇ IPS ਅਫਸਰ ਸਾਰੇ ਇਹਨੂੰ ਸਾਥ ਦੇ ਰਹੇ ਆ। ਜਿੰਨੇ ਵੀ ਰਿਟਾਇਰ ਜੱਜ ਹੈ, IPS ਅਫਸਰ ਬੈਠੇ ਆ, ਉਹ ਸਭ ਕਹਿੰਦੇ ਕਾਨੂੰਨ ਗਲਤ ਹੈ। ਪਰ ਇਹ ਮੋਦੀ ਨਹੀਂ ਮੰਨਦਾ ਇਹਨੂੰ ਵੀ ਗਲਤ ਨਹੀਂ, ਕਿਉਂ? ਉਹਨੇ ਪੈਸੇ ਖਾਧੇ ਹੋਏ ਆ, ਪੈਸੇ ਖਾ ਕੇ ਜਿੱਤਿਆ ਹੋਇਆ, ਇਹਨਾਂ ਦੇ ਇਲੈਕਸ਼ਨ ਕਰੇ ਹੋਇਆ। ਮਸ਼ੀਨਾਂ ਇਹਦੀਆਂ ਬਣਾਈ ਹੋਈਆਂ ਹੱਥ ਦੀਆਂ। ਇਹਨੂੰ ਪਤਾ ਮੈਂ ਮਸ਼ੀਨਾਂ ਦੀ ਵੋਟਾਂ 'ਤੇ ਜਿੱਤਣਾ। ਕੋਈ ਵੋਟ ਦੀ ਇਹਨੂੰ ਵੈਲਿਊ ਦਾ ਕੋਈ ਪਤਾ ਨਹੀਂ ਵੀ ਮੈਂ ਵੋਟ ਚਾਹੀਦੀ ਹੈ। ਇਹ ਤਾਂ ਕਰਕੇ ਅੜ ਰਿਹਾ। ਪੰਜਾਬ ਦੇ ਵਿੱਚ ਜਿੰਨੇ ਅਡਾਨੀ ਗਰੁੱਪ ਦੇ ਗੋਦਾਮ ਨੇ ਉਹਨਾਂ ਦਾ ਘਿਰਾਓ ਕੀਤਾ ਗਿਆ ਹੈ ਤੇ ਬਹੁਤ ਸਾਰੇ ਲੋਕ ਬੇਰੁਜ਼ਗਾਰ ਵੀ ਹੋਏ ਨੇ। ਤੇ ਕੀ ਲੱਗਦਾ ਕਿ ਬੇਰੁਜ਼ਗਾਰੀ ਦਾ ਕੀ ਇਲਾਜ ਹੋ ਸਕਦਾ ਹੈ? ਕਿਉਂਕਿ ਸਰਕਾਰ ਤਾਂ ਜਾਂ ਤਾਂ ਚੌਂਕ 'ਚ ਧਰਨਾ ਦੇਣ ਵਾਲਿਆਂ ਨੂੰ ਡੰਡੇ ਦੇ ਰਹੀ ਹੈ ਜਾਂ ਪਾਣੀ ਦੀਆਂ ਬੁਛਾਰਾਂ ਦੇ ਰਹੀ ਹੈ, ਤੇ ਇੱਥੇ ਕਿਸਾਨ ਕੀ ਕਰ ਸਕਦਾ ਹੈ? ਕਿਸਾਨ ਤਾਂ ਇੱਥੇ ਤਕਲੀਫਾਂ ਕੱਟਣੀਆਂ ਆਪਣੀ ਸਾਰੇ ਬੰਦਿਆਂ ਨੂੰ, ਜਿੰਨੇ ਵੀ ਹੈ ਮਜ਼ਦੂਰ ਵਰਕਰ ਹੈ, ਸਾਰਿਆਂ ਨੂੰ ਨਾਲ ਸਾਥ ਦੇਣਾ ਪਊ ਕਿਸਾਨਾਂ ਦਾ। ਨਹੀਂ ਦੇਣਗੇ 8 ਘੰਟੇ ਦੀ ਬਜਾਏ 12 ਘੰਟੇ ਡਿਊਟੀ ਕਰਨੀ ਪਊਗੀ। ਨਹੀਂ ਕਰੋਗੇ ਉਹਨਾਂ ਨੇ ਆਪ ਧੱਕੇ ਦੇ ਕੇ ਬਾਹਰ ਕੱਢ ਦੇਣਾ। ਕੋਈ ਰੋਸ ਨਹੀਂ ਕਰ ਸਕੋਗੇ, ਕੁਛ ਨਹੀਂ ਕਰੋਗੇ ਨਾ। ਤੁਹਾਨੂੰ ਹੱਕ ਦੇਣਾ ਪੂਰਾ, ਆਪਣੀ ਮਰਜ਼ੀ ਦਾ ਦਿਹਾੜੀ ਦੇਣਗੇ, ਕਰਨੀ ਕਰੋ, ਨਹੀਂ ਕਰਨੀ ਫਿਰ ਛੁੱਟੀ ਕਰੋ। ਇਹ ਕੰਮ ਕਰਨਾ ਇਹਨਾਂ ਨੇ। ਬਾਬਾ ਜੀ ਕਿੰਨੇ ਵਜੇ ਆ ਗਏ ਸੀਗੇ ਸਵੇਰੇ? ਅੱਜ 9 ਵਜੇ ਆਏ, 8:30 ਵਜੇ ਆਏ ਪਹੁੰਚ। ਹਾਂ, ਤੇ ਭੁੱਖ ਹੜਤਾਲ ਤੇ ਬੈਠੇ ਹੋ, ਉਮਰ ਵੀ ਤੁਹਾਡੀ ਜ਼ਿਆਦਾ ਹੈ, ਭੁੱਖ ਨਹੀਂ ਪਰੇਸ਼ਾਨ ਕਰ ਰਹੀ? ਹੈ ਭੁੱਖ ਨਹੀਂ ਪਰੇਸ਼ਾਨ ਕਰ ਰਹੀ, ਉਮਰ ਵੀ ਤੁਹਾਡੀ? ਕੋਈ ਪਰੇਸ਼ਾਨ ਨਹੀਂ। ਚਾਹੇ 2 ਦਿਨ ਬਿਠਾਓ, 4 ਦਿਨ ਬਿਠਾ ਲਓ, ਕੋਈ ਪ੍ਰੋਬਲਮ ਨਹੀਂ। ਅੱਜ ਜ਼ਾਲਮ ਸਰਕਾਰ ਦੇ ਖਿਲਾਫ ਖੜੇ ਆ, ਸੱਚਾਈ ਦੇ ਖੜੇ ਆ। ਸਜ਼ਾਈ ਨੂੰ ਭੁੱਖ ਨਹੀਂ ਕੋਈ ਲੱਗਦੀ। ਜਿਹੜਾ ਜ਼ਾਲਮ ਉਹਨੂੰ ਭੁੱਖ ਲੱਗਦੀ ਹੈ, ਸਜ਼ਾਈ ਨੂੰ ਭੁੱਖ ਨਹੀਂ ਲੱਗਦੀ। ਸਰਕਾਰ ਵੱਲੋਂ ਲਗਾਤਾਰ ਇਹੀ ਕਿਹਾ ਜਾ ਰਿਹਾ ਹੈ ਕਿ ਜਿੰਨੇ ਵੀ ਇਹ ਕਾਨੂੰਨ ਨੇ ਇਹਨਾਂ ਦੇ ਵਿੱਚ ਤੁਸੀਂ ਸੋਧਾਂ ਕਰਾ ਲਓ, ਉਹਨਾਂ ਨੂੰ ਕਮੀਆਂ ਨਜ਼ਰ ਨਹੀਂ ਆ ਰਹੀਆਂ। ਅਸੀਂ ਪੰਨੇ ਭਰ ਕਿਤਾਬਾਂ ਤਿਆਰ ਕਰ ਲਈਆਂ ਇਹਦੀਆਂ ਕਮੀਆਂ ਦੱਸਣ ਦੇ ਲਈ, ਤੇ ਸਰਕਾਰ ਜੋ ਹੈ ਉਹਨਾਂ ਨੂੰ ਪੜ੍ਹਨ ਲਈ ਵੀ ਤਿਆਰ ਨਹੀਂ। ਕੀ ਲੱਗਦਾ ਕਿ ਇੱਦਾਂ ਕਦੋਂ ਤੱਕ ਕੰਮ ਚੱਲੂਗਾ, ਕਦੋਂ ਗੱਲਬਾਤ ਸਿਰੇ ਚੜੂਗੀ? ਦੇਖੋ ਜੀ, ਅਸੀਂ ਬੈਠੇ ਹਾਂ ਜਦ ਤੱਕ ਨਹੀਂ ਚੜ੍ਹਦੀ ਇਹਦਾ, ਜਦ ਤੱਕ ਖਾਤਮਾ ਹੋਏਗਾ ਇਹਨਾਂ ਦਾ, ਜਾਂ ਮਰਨਗੇ ਜਾਂ ਫਿਰ ਹਾਰਨਗੇ ਤਾਂ ਇਹ ਕੰਮ ਹੋਊਗਾ। ਨਹੀਂ, ਇਹ ਜਿਉਂਦੇ ਹੋ ਹਾਂ ਕੰਮ ਨਹੀਂ ਕਰਦੇ, ਮਰੇ ਦੇ ਕੰਮ ਕਰੂੰਗੇ। ਇਹ ਜਦ ਮਰੂੰਗੇ ਫਿਰ ਕੰਮ ਚੱਲੂਗਾ। ਇਹ ਜ਼ਾਲਮ ਸਰਕਾਰ ਹੈ। ਸੂਬਾ ਸਰਕਾਰ ਦੀ ਗੱਲ ਕਰ ਲਈਏ, ਵੈਸੇ ਮੈਂ ਸਿਆਸੀ ਗੱਲ ਨਹੀਂ ਕਰ ਰਿਹਾ, ਪਰ ਕਿਸਾਨਾਂ ਨਾਲ ਜੁੜੀ ਹੋਈ ਗੱਲ ਹੈ। ਕਹਿੰਦੇ ਜੀ ਨੌਕਰੀਆਂ ਦੇਵਾਂਗੇ, ਕੁਝ 167 ਕਿਸਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਹੋਈ ਹੈ, ਜਦ ਕਿ 550 ਤੋਂ ਜ਼ਿਆਦਾ ਸਾਡੇ ਕਿਸਾਨ ਸ਼ਹੀਦ ਹੋ ਚੁੱਕੇ ਨੇ। ਲੱਗਦਾ ਨਹੀਂ ਕਿਤੇ ਨਾ ਕਿਤੇ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੀ ਸਰਕਾਰ ਵੱਲੋਂ। ਇਹ ਤਾਂ ਸਿਰਫ ਫਾੜਨ ਵਾਸਤੇ ਕਰਦੇ ਆ। ਕੁਛ ਨਹੀਂ, ਕੋਈ ਨੌਕਰੀ ਨਹੀਂ ਦੇਣੀ, ਕੁਛ ਨਹੀਂ ਦੇਣਾ। ਜ਼ਿਮੀਂਦਾਰ ਆਪਾਂ ਕੁਛ ਨਹੀਂ ਦਿੰਦੇ। ਇਹ ਸਿਰਫ ਵੋਟਾਂ ਵਾਸਤੇ ਕਰ ਰਹੇ ਆਪਾਂ। ਨੌਕਰੀ ਕੰਡੀਸ਼ਨਾਂ ਲਾਦੀਆਂ, ਜੋ ਕੰਡੀਸ਼ਨਾਂ ਪੂਰੀਆਂ ਕਰਨ ਤਾਂ ਬੰਦੇ ਨੌਕਰੀ ਮਿਲੂਗੀ। ਪਹਿਲੇ ਕੰਡੀਸ਼ਨਾਂ ਕਲੀਅਰ ਨਹੀਂ ਕਰਨੀ ਉਹਨਾਂ ਨੇ, ਨੌਕਰੀ ਇਹਨਾਂ ਨੇ ਦੇਣੀ ਨਹੀਂ। ਇਲੈਕਸ਼ਨ ਨੇੜੇ ਕਰਕੇ ਆਪਣਾ ਪੂਰਾ ਕਰਦੇ ਆ, ਉਹ ਕਰ ਰਹੇ ਆ। ਕਹਿੰਦੇ 300 ਯੂਨਿਟਾਂ ਕਹਿ ਦਿੰਦੇ ਆ, ਕੋਈ 400 ਯੂਨਿਟਾਂ ਦਊਂਗੇ, ਦੇਣਾ ਕਿਸੇ ਨੇ ਕੁਛ ਨਹੀਂ। ਸਰਕਾਰ ਭਾਵੇਂ ਸਟੇਟ ਦੀ ਹੋਵੇ ਭਾਵੇਂ ਸੈਂਟਰ ਦੀ ਹੋਵੇ, ਇਹ ਕਿਸਾਨਾਂ ਦੇ ਬੈਰੀ ਹੈਗੇ ਆ। ਤੁਸੀਂ ਗੱਲ ਕੀਤੀ ਨੌਕਰੀਆਂ ਦੀ, ਇਹਨਾਂ ਨੇ ਨੌਕਰੀਆਂ 3 ਦੇ ਤਾਂ ਦਿੱਤੀਆਂ। MP ਦੇ ਮੁੰਡੇ ਨੂੰ ਦੇਤੀ, MLA ਦੇ ਮੁੰਡਿਆਂ ਨੂੰ ਨੌਕਰੀਆਂ ਦੇਤੀਆਂ। ਬਾਕੀ ਗਰੀਬਾਂ ਨੂੰ ਤੁਸੀਂ ਦੱਸੋ ਕਿਹੜੇ ਨੂੰ ਨੌਕਰੀ ਦਿੱਤੀ ਹੈ? ਇੰਨੇ ਬੇਰੁਜ਼ਗਾਰ ਘੁੰਮਦੇ ਆ, ਰੋਟੀ ਤੋਂ ਮੁਹਤਾਜ ਹੋਏ ਹੋਏ ਆ। ਇਹਨਾਂ ਨੇ ਦੇਖੋ ਜੀ, ਉਹਦੇ ਸਰਕਾਰ ਕੋਈ ਵੀ ਆਪਣੀ ਪੰਜਾਬ ਗੌਰਮੈਂਟ ਦੀ ਸਰਕਾਰ ਨੂੰ ਲੈ ਲਓ, ਇੱਥੇ ਇੱਕ ਜੁਬਲੀ ਨੂੰ ਬਚਾਉਣ ਵਾਸਤੇ, ਉਹ ਜੁਬਲੀ ਜਿਹੜਾ ਹੈਗਾ ਨਾ ਮਾਲ, ਉਹਨੂੰ ਬਚਾਉਣ ਵਾਸਤੇ 25 ਜਿਹੜੇ ਪੀਪਲ ਦੀ ਬਲੀ ਚੜਾਉਣ ਲੱਗੇ ਆ। ਤੁਸੀਂ ਤੁਹਾਨੂੰ ਮੌਕਾ ਦਿਖਾਉਂਦਾ ਮੈਂ ਜਾ ਕੇ। ਜੇ ਅਸੀਂ ਕਿਸਾਨ ਆਪਣੇ ਵਾਸਤੇ ਤਾਂ ਬੈਠੇ ਹੀ ਬੈਠੇ ਆ,
ਅਸੀਂ ਅਗਰ ਅਸੀਂ ਨਾ ਹੁੰਦੇ ਉਹ 25 ਜਿਹੜੇ ਹੈਗੇ ਆ ਪਿੱਪਲ ਦੇ ਪੇੜ ਸਰਕਾਰ ਇੰਨਾ ਧੱਕਾ ਕਰਨ ਲੱਗੀ ਹੋਈ ਹੈ। ਇੱਕ ਪਾਸੇ ਤਾਂ ਕਹਿੰਦੀ ਰੁੱਖ ਲਗਾਓ, ਦੂਜੇ ਪਾਸੇ ਉਹ ਰੁੱਖਾਂ ਦੀ ਬਲੀ ਚਾੜਨ ਲੱਗੇ ਹੋਏ ਆ। ਤੁਹਾਨੂੰ ਜਾ ਕੇ ਮੈਂ ਮੌਕਾ ਦਿਖਾਊਂਗਾ ਹੁਣ, ਤਾਂ ਉੱਥੇ ਜਾ ਕੇ ਦੇਖੋ ਸਰਕਾਰਾਂ ਦਾ ਕਿੰਨਾ ਧੱਕਾ ਹੈਗਾ। ਸਾਡੇ ਜ਼ਿਮੀਂਦਾਰਾਂ ਨਾਲ ਤਾਂ ਹੈਗਾ ਹੀ ਹੈਗਾ। ਉਹ ਇੱਕ ਜੁਬਲੀ ਨੂੰ ਬਚਾਉਣ ਵਾਸਤੇ 25 ਪੇੜਾਂ ਦੀ ਬਲੀ ਦੇਣ ਲੱਗੇ ਆ। ਦੱਸੋ ਸਰਕਾਰ ਕੋਈ ਘੱਟ ਨਹੀਂ। ਆਪਾਂ ਜਿਸ ਕਹਿ ਲਈਏ ਸਟੇਟ ਸੈਂਟਰ ਦੀ ਮਾੜੀ ਹੈਗੀ, ਉਹ ਤਾਂ ਹੈ ਹੀ ਮਾੜੀ, ਉਹ ਤਾਂ ਹੈ ਹੀ ਬੁੱਚੜ। ਘੱਟ ਸਾਡੇ ਵੀ ਨਹੀਂ ਹੈਗੇ, ਸਾਰੇ ਇੱਕੋ ਜਿਹੇ ਹੈਗੇ ਆ। ਗੱਲ ਕਰ ਲਈਏ ਜਿਨ੍ਹਾਂ ਲੋਕਾਂ ਨੂੰ ਇੱਥੇ ਜੋ ਵੀ ਤੁਹਾਡੇ ਧਰਨੇ ਦਾ ਪ੍ਰੋਗਰਾਮ ਹੈ ਨਹੀਂ ਪਤਾ ਹੁੰਦਾ, ਉਹਨਾਂ ਨੂੰ ਇੱਕ ਵਾਰੀ ਜ਼ਰੂਰ ਦੱਸ ਦਿਓ ਕਿ ਹੁਣ ਸ਼ਾਮ ਦਾ ਅੱਜ ਦਾ ਕੀ ਪ੍ਰੋਗਰਾਮ ਹੈ। ਅੱਜ ਸ਼ਾਮ ਨੂੰ ਅਸੀਂ 6 ਵਜੇ ਤੱਕ ਇੱਥੇ ਭੁੱਖ ਹੜਤਾਲ ਤੇ ਬੈਠੇ, ਵੈਸੇ 24 ਘੰਟੇ ਹੀ ਇੱਥੇ ਬੈਠੇ ਹਾਂ, ਲੇਕਿਨ ਸ਼ਾਮ ਨੂੰ 6 ਵਜੇ ਤੱਕ ਸਾਡੀ ਭੁੱਖ ਹੜਤਾਲ ਹੁੰਦੀ ਹੈ। ਉਸ ਤੋਂ ਪਹਿਲਾਂ ਅਸੀਂ ਪਾਠ ਕਰਦੇ ਹਾਂ। ਆਪਣਾ ਪਾਠ ਕਰਕੇ ਸ਼ਾਮ ਨੂੰ ਨਾਅਰੇਬਾਜ਼ੀ ਸਾਰਾ ਦਿਨ ਹੁੰਦੀ ਹੋਏ, ਠੀਕ ਹੈ ਨਹੀਂ, ਤੇ ਇੱਥੇ ਬੈਠ ਕੇ ਸਾਰੇ ਪਿੰਡਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ। ਔਰ ਜਿਹੜੇ ਬੰਦਿਆਂ ਨੂੰ ਨਹੀਂ ਵੀ ਪਤਾ, ਉਹ ਪਤਾ ਲੱਗਣ ਦੇ ਉੱਤੇ ਆ ਰਹੇ ਇੱਥੇ, ਔਰ ਬਕਾਇਦਾ ਆ ਕੇ ਉਹ ਰਿਕੁਐਸਟ ਵੀ ਕਰਕੇ ਜਾਂਦੇ, ਸੇਵਾ ਵੀ ਕਰਕੇ ਜਾਂਦੇ ਕਿ ਸਾਨੂੰ ਮੌਕਾ ਦਿਓ ਤਾਂ ਕਿ ਅਸੀਂ ਵੀ ਇਸ ਦੇ ਵਿੱਚ ਸਹਿਯੋਗ ਪਾ ਸਕੀਏ। ਦਿੱਲੀ ਜਾਣ ਨੂੰ ਵੀ ਤਿਆਰ ਹੁੰਦੇ ਹਾਂ, ਇੱਥੋਂ ਕਹਿੰਦੇ ਦਿੱਲੀ ਜਾਂਦੇ ਹਾਂ, ਇੱਥੇ ਬਹੁਤ ਅਸੀਂ ਇਕੱਠੇ ਹੋ ਕੇ ਨਾ, ਸਾਡੀਆਂ ਬੱਸਾਂ ਵੀ ਜਾਂਦੀਆਂ ਇੱਥੋਂ, ਅਸੀਂ ਦਿੱਲੀ ਵੀ ਜਾ ਰਹੇ ਹਾਂ ਤੇ ਇੱਥੇ ਵੀ ਸਹਿਯੋਗ ਪੂਰਾ ਦੇ ਰਹੇ ਹਾਂ ਔਰ ਦਿੰਦੇ ਰਹੋਗੇ। ਹਰ ਉਹ ਬੰਦਾ ਜਿਹੜਾ ਸੈਕਟਰਾਂ ਦਾ ਵੀ ਹੈਗਾ, ਜਿਹੜੇ ਰੇਹੜੀ ਬੜੀ ਵਾਲਾ ਵੀ ਹੈਗੇ, ਉਹ ਵੀ ਆ ਕੇ ਸਹਿਯੋਗ ਦੇ ਰਿਹਾ। ਉਹ ਵੀ ਕਹਿੰਦਾ ਕਿ ਨਹੀਂ, ਕਾਨੂੰਨ ਗਲਤ ਕਰ ਰਹੀ ਹੈ ਇਹ, ਜਿਹੜੇ ਇਹਨਾਂ ਕਾਨੂੰਨ ਥੋਪੇ ਗਏ ਹੈ, ਇਹ ਕਾਲੇ ਕਾਨੂੰਨ ਹੈ, ਇਹ ਗਰੀਬ ਦੇ ਮੂੰਹ ਦੇ ਵਿੱਚੋਂ ਰੋਟੀ ਕੱਢੀ ਜਾ ਰਹੀ ਹੈ। ਪਾਣ ਦੀ ਤਾਂ ਗੱਲੇ ਛੱਡ ਦਿਓ ਕਿ ਜਿਹਨੇ ਹੁਣ ਪਾਈ ਹੋਈ ਉਹ ਕੱਢੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਖਤਮ ਕਰ ਸਕੇਂ। ਇਹ ਗਰੀਬੀ ਖਤਮ ਕਰਨ ਵਾਸਤੇ ਨਹੀਂ, ਇਹ ਗਰੀਬ ਨੂੰ ਹੀ ਖਤਮ ਕਰਨ ਦੇ ਉੱਤੇ ਤੁਲੇ ਹੋਏ ਹੈ ਔਰ ਇਹ ਦੇਸ਼ ਨੂੰ ਵੇਚ ਰਹੇ ਹੈ। ਔਰ ਇਹਨਾਂ ਨੇ ਦੇਸ਼ ਵੇਚ ਕੇ ਨੌਕਰੀਆਂ ਨੇ ਕਿੱਥੋਂ ਦੇਣੀਆਂ? ਨੌਕਰੀਆਂ ਕਹਿੰਦੇ ਸੀ 2 ਕਰੋੜ ਦਊਂਗੇ, 2 ਕਰੋੜ ਤੋਂ ਜ਼ਿਆਦਾ ਤਾਂ ਲੋਕ ਇਹਨਾਂ ਨੇ ਵਿਹਲੇ ਕਰਤੇ ਨੌਕਰੀਆਂ ਤੋਂ। ਨੌਕਰੀਆਂ ਖਤਮ ਹੋ ਗਈ, ਨੌਕਰੀਆਂ ਕਿੱਥੇ ਹੈਗੀਆਂ? ਸਾਰੇ ਡਿਪਾਰਟਮੈਂਟ ਪ੍ਰਾਈਵੇਟ ਲੋਕਾਂ ਨੂੰ ਵੇਚ ਰਹੇ ਹੈ। ਪ੍ਰਾਈਵੇਟ ਲੋਕਾਂ ਨੂੰ ਵੇਚ ਕੇ ਨੌਕਰੀਆਂ ਕਿੱਥੋਂ ਆਉਣੀਆਂ? ਜਿਹੜੇ ਨੌਕਰੀਆਂ ਉੱਤੇ ਉਹਨੂੰ ਕੱਢੇ ਜਾ ਰਹੇ, ਜਿਹੜਿਆਂ ਦੀ 30 40 ਹਜ਼ਾਰ ਰੁਪਏ ਤਨਖਾਹ ਦੀਆਂ, ਉਹਨਾਂ ਨੂੰ ਕਹਿੰਦੇ 10,000 ਦੇ ਕੰਮ ਕਰਨਾ ਕਰੋ, ਨਹੀਂ ਤਾਂ ਆਪਣੇ ਘਰ ਨੂੰ ਜਾਓ। ਇਹਨਾਂ ਨੇ ਕੁਝ ਨਹੀਂ ਦੇਣਾ, ਇਹਨਾਂ ਨੇ ਲੋਕ ਬਰਬਾਦ ਕਰਨੇ ਔਰ ਲੋਕਾਂ ਦੇ ਵਿੱਚ ਧਰਮ ਦਾ, ਜਾਤ ਦਾ ਇਹ ਭਰਮ ਫੈਲਾ ਕੇ ਇਹ ਲੋਕ ਲੜਾਈਆਂ ਕਰਵਾਉਣ ਦੇ ਉੱਤੇ ਤੁਲੇ ਹੋਏ ਹੈ। ਔਰ ਇਹ ਲੋਕ ਚਾਹੁੰਦੇ ਹੈ ਕਿ ਦੰਗੇ ਹੋਣ ਔਰ ਕਿਸਾਨਾਂ ਦਾ ਮੋਰਚਾ ਵੀ ਇਸੇ ਕਰਕੇ ਤੋੜਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹੈ। ਉੱਥੇ ਤੁਸੀਂ ਦੇਖਿਆ ਹੋਣਾ, ਉੱਥੇ ਗਾਤਰੇ ਪਾ ਕੇ ਬੰਦੇ ਚਲੇ ਗਏ ਜਿਹੜੇ ਕਿ ਜਰਦੇ ਖਾ ਰਹੇ ਤੇ। ਜਰਦੇ ਦੇ ਨਾਲ ਗਾਤਰੇ ਵਾਲੇ ਦਾ ਤਾਂ ਮਤਲਬ ਨਹੀਂ, ਔਰ ਉੱਤਰੋਂ ਮੋਨਾ ਬੰਦਾ ਉਹ ਕਿੱਦਾਂ ਜਾ ਸਕਦਾ? ਇਹ ਸਿਰਫ ਦਸਤਾਰ ਕੁਛ ਨਹੀਂ ਹੈਗੀ, ਇਹ ਬੰਦੇ ਸਿਰਫ ਸਿੱਖਾਂ ਦਾ ਜਿਹੜਾ ਉੱਥੇ ਚੱਲ ਰਿਹਾ ਧਰਨਾ, ਉਹਨੂੰ ਤੋੜਨ ਵਾਸਤੇ ਹਥਕੰਡੇ ਬਣਾ ਰਹੇ ਹੈ, ਜੋ ਕਿ ਕਾਮਯਾਬ ਨਹੀਂ ਹੋ ਸਕਦੇ। ਕਿਉਂਕਿ ਇਹ ਉਹ ਕੌਮ ਹੈਗੀ ਹੈ ਜਿਹੜੀ ਨੂੰ ਕੁਰਬਾਨੀਆਂ ਦੇਣੀਆਂ ਆਉਂਦੀਆਂ। ਇਹ ਇਤਿਹਾਸ ਲਿਖਦੇ ਹੈ, ਇਹ ਇਤਿਹਾਸ ਬਣਾਉਂਦੇ, ਇਤਿਹਾਸ ਲਿਖਦੇ ਹੈ ਔਰ ਪਿਛਲੇ ਇਤਿਹਾਸ ਨੂੰ ਮਿਟਾ ਕੇ ਨਵਾਂ ਇੱਕ ਤੋਂ ਇੱਕ ਬਣਾਉਂਦੇ ਹੈ। ਜੋ ਇਹ ਸੋਚ ਰਹੇ ਹੈ ਕਿ ਖਤਮ ਹੋ ਜਾਏਗਾ, ਉਹ ਬਿਲਕੁਲ ਖਤਮ ਨਹੀਂ ਹੋਣਾ। ਅੰਦੋਲਨ ਉਸ ਟਾਈਮ ਤੱਕ ਚੱਲੇਗਾ ਜਦੋਂ ਤੱਕ ਇਹ ਸਾਰੇ ਕਾਨੂੰਨ ਖਤਮ ਨਹੀਂ ਹੁੰਦੇ ਔਰ ਇਹ ਵਾਪਸ ਨਹੀਂ ਲਏ ਜਾਂਦੇ ਔਰ ਜਨਤਾ ਨੂੰ ਜਨਤਾ ਦਾ ਹੱਕ ਨਹੀਂ ਦਿੱਤਾ ਜਾਂਦਾ ਔਰ ਕਿਸਾਨਾਂ ਨੂੰ MSP ਬਰਾਬਰ ਨਹੀਂ ਦਿੱਤੀ ਜਾਂਦੀ ਔਰ ਲਿਖਤ ਦੇ ਵਿੱਚ ਜਦੋਂ ਤੱਕ ਇਹ ਕੰਮ ਨਹੀਂ ਹੋਏਗਾ, ਉਦੋਂ ਤੱਕ ਇਹ ਕੁਝ ਵੀ ਖਤਮ ਨਹੀਂ ਹੋਊਗਾ। ਬਾਬਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਾਬਾ ਜੀ ਕੀ ਨਾਂ ਹੈ ਤੁਹਾਡਾ? ਨਾਂ ਤਾਂ ਮੇਰਾ ਚਹੂਰ ਸਿੰਘ ਹੈ ਜੀ। ਅੱਛਾ ਜੀ। ਹਾਂ। ਬਾਬਾ ਜੀ ਕਿੰਨੀ ਉਮਰ ਹੈ? ਉਮਰ ਮੇਰੀ 83 ਸਾਲ ਹੋ ਗਏ, 84 ਮਰ ਗਿਆ ਵਾ। 84 ਸਾਲ ਦੀ ਉਮਰ ਹੈ ਤੇ ਤੁਸੀਂ ਇੱਥੇ ਧਰਨੇ ਤੇ ਬੈਠੇ ਹੋ, ਭੁੱਖ ਹੜਤਾਲ ਤੇ, ਤੁਹਾਨੂੰ ਕਿਸੇ ਨੇ ਰੋਕਿਆ ਨਹੀਂ? मतलब नहीं हो सकता रोकने का। तो हाँ, हमें ना रुकें। हाँ, हमें तो देश के लिए अपनी सेवा करनी है अपने खातर नहीं। हमें तो सारे देश खातर कुर्बानी देने को तैयार हैं। जे कोई बंदा कहे भी आले दुआले लकड़ियाँ खड़ा के फूकना, तो मैं जिंदा भी जलने को तैयार हैं देश के खातर। हाँ ਬਾਬਾ ਜੀ ਕਿਵੇਂ ਲੱਗਦਾ ਕਿ ਅੱਜ ਸਾਡੀ ਜਿਹੜੀ ਜਵਾਨੀ ਹੈ ਬੇਰੁਜ਼ਗਾਰ ਬਣ ਕੇ ਚੌਂਕਾਂ 'ਚ ਡੰਡੇ ਖਾ ਰਹੀ ਹੈ? ਸਾਡੀਆਂ ਧੀਆਂ ਭੈਣਾਂ ਦੇ ਡਾਂਗਾਂ ਮਾਰੀਆਂ ਜਾ ਰਹੀਆਂ ਨੇ, ਪਾਣੀ ਦੀਆਂ ਬੁਛਾਰਾਂ ਸਾਡੇ ਬੇਰੁਜ਼ਗਾਰਾਂ ਦੇ ਪੈ ਰਹੀਆਂ ਨੇ, ਤੇ ਜਿਹੜੇ ਸਾਡੇ ਕਿਸਾਨ ਨੇ ਉਹ ਦਿੱਲੀ ਬੈਠੇ ਨੇ, ਉੱਥੇ ਕਿੰਨਾ ਹਾਲਾਤਾਂ 'ਚ ਬੈਠੇ ਨੇ ਸਾਰੇ ਜਾਣਦੇ ਨੇ। ਗੋਡੇ ਗੋਡੇ ਪਾਣੀ ਉੱਥੇ ਭਰ ਜਾਂਦਾ ਆ। ਕੀ ਲੱਗਦਾ ਕਿ ਕਿੰਨਾ ਕੁ ਇਹ ਸੰਘਰਸ਼ ਚੱਲੂਗਾ ਤੇ ਕਿਹੋ ਜਿਹਾ ਇਤਿਹਾਸ ਬਣਾ ਕੇ ਜਾਊਗਾ? इतिहास का तो महाराज आए हैं बात हो जाए और घड़ी में हो जाए, होए ना इनू साल भी लंघ सका। इव सरकारां ना जान, इव सरकारां नहीं है, नहीं तो मुर्दे खाने वालियां सरकारां। सरकार तो मारे जमाने में थी। आन के जेडे राजे थे आन के नगरां में पुछे थे, भाई नगर निवासियों क्या थानू तकलीफ है, क्या थानू जरूरत है? वो आन के राजे पूछे थे बगैर पुलिस से आमे थे। इब राजे नहीं है लोगों, इब तो बुच्चड़ है ने, नहीं तो पुट्ठे लटका गए सारी दुनिया को खा रहे हैं भाई, लहू पी रहे हैं। राजे नहीं है ने। हाँ
ਕਦੋਂ ਤੱਕ ਇਸੇ ਤਰ੍ਹਾਂ ਤੁਸੀਂ ਸੰਘਰਸ਼ ਦੇ ਵਿੱਚ ਬੈਠੇ ਰਹੋਗੇ? जब तक फैसला नहीं होने का, जब तक लिख के नहीं देने का, जब तक बैठे ही रहना। ਜੀ हाँ, कोई मतलब ही नहीं हलने का है। ਸੋ ਜੀ ਗੱਲ ਕਰਨ ਆਏ ਸੀਗੇ ਅਸੀਂ ਭੁੱਖ ਹੜਤਾਲ ਤੇ ਬੈਠੇ ਸਾਡੇ ਕਿਸਾਨ ਬਜ਼ੁਰਗਾਂ ਦੇ ਨਾਲ, ਪਰ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਹਾਲਾਤਾਂ ਦੇ ਵਿੱਚ ਉਹ ਭੁੱਖ ਹੜਤਾਲ ਤੇ ਬੈਠੇ ਨੇ, ਧਰਨੇ ਤੇ ਬੈਠੇ ਨੇ। ਪਰ ਬਾਹਰ ਦੇਖੋ ਤੁਸੀਂ ਕਿੰਨੀ ਬਾਰਿਸ਼ ਦੇ ਵਿੱਚ ਸਾਡੇ ਜਿਹੜੇ ਕਿਸਾਨ ਨੇ ਉਹ ਇੱਥੇ ਸਰਵਾਈਵ ਕਰ ਰਹੇ ਨੇ। ਜਿੰਨਾ ਵੀ ਦੁੱਖ ਹੈ, ਜਿੰਨਾ ਵੀ ਕਸ਼ਟ ਆ, ਉਹ ਹੰਢਾ ਰਹੇ ਨੇ। ਸੋ ਸ਼ਾਮ ਤੱਕ ਦਾ ਵੀ ਇਹਨਾਂ ਦਾ ਲੰਬਾ ਪ੍ਰੋਗਰਾਮ ਰੋਜ਼ਾਨਾ ਉਲੀਕਿਆ ਜਾਂਦਾ ਹੈ। 4 ਵਜੇ ਜੋ ਹੈ ਪਾਠ ਸ਼ੁਰੂ ਹੋ ਜਾਂਦਾ ਹੈ, 6 ਵਜੇ ਤੋਂ ਲਗਾਤਾਰ ਪ੍ਰਦਰਸ਼ਨ ਸ਼ੁਰੂ ਹੁੰਦਾ ਹੈ। ਸੋ ਉਮੀਦ ਕਰਦੇ ਹਾਂ ਕਿ ਜਿੰਨੇ ਵੀ ਲੋਕਾਂ ਦੇ ਵਿੱਚ ਇਸ ਮੋਰਚੇ ਸੰਬੰਧੀ ਥੋੜੀ ਜਿਹੀ ਵੀ ਜਾਗ੍ਰਿਤੀ ਆਈ ਆ, ਉਹ ਇੱਥੇ ਆ ਕੇ ਇਸ ਧਰਨੇ ਦੇ ਵਿੱਚ ਉਹਨਾਂ ਦਾ ਸਾਥ ਜ਼ਰੂਰ ਦੇਣਗੇ। ਸੋ ਕੈਮਰਾਮੈਨ ਬਲਵਿੰਦਰ ਦੇ ਨਾਲ ਮੈਂ ਪ੍ਰਦੀਪ ਧੀਮਾਨ, ਵੌਇਸ ਆਫ ਪੰਜਾਬ ਟੀਵੀ ਦੇ ਲਈ।